ਸਾਹਿਬ ਕਹਿੰਦੇ ਆ ਕਿ ਉਹ ਲਿਖਾਰੀ ਧਨ ਹੈ ਜੋ ਸੱਚ ਲਿਖਦਾ ਹੈ। ਜੇ ਅਜਿਹੇ ਹੀ ਇੱਕ ਲਿਖਾਰੀ ਦੇ ਨਾਲ ਮਿਲਾਉਣ ਆਏ ਆ ਤੁਹਾਨੂੰ, ਜੋ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ, ਹੱਥੀਂ ਗੁਰੂ ਸਾਹਿਬ ਦਾ ਸਰੂਪ ਲਿਖ ਰਿਹਾ ਹੈ। ਆ ਜਿਹੜਾ ਗੋਲਡ ਜਿਹੜਾ ਮੈਂ ਵਰਕ ਦਿਖਾਇਆ ਸੀ ਨਾ, ਉਹਦੀ ਇੰਕ ਬਣ ਕੇ ਇਹ ਗੋਲਡ ਇਸ ਤਰ੍ਹਾਂ ਸਾਰੇ ਕਿਤੇ ਲੱਗਣਾ ਹੈ। ਇਹ ਹੈਗੀ ਸ਼ਾਹੀ। ਇਹਦੇ ਵਿੱਚ ਜਦੋਂ ਸ਼ਾਹੀ ਬਣਦੀ ਹੈ, ਜਿਹੜਾ ਇਹ ਸੋਨੇ ਦੀ ਸ਼ਾਹੀ ਕਹਿਣ ਦਾ ਮਤਲਬ, ਇਹਦੇ ਇੱਥੇ ਕਰਕੇ ਆਪਾਂ ਸੋਨੇ ਦੀ ਇੱਕ ਐਡੀ ਰੱਤੀ ਜਿਹਨੂੰ ਕਹਿ ਦਈਏ, ਇੱਕ ਰੱਤੀ, ਇੱਕ ਮੇਖ ਲਾ ਦਿੰਦੇ ਹਾਂ ਵਿੱਚ। ਇਹਨੂੰ ਲਗਾਤਾਰ ਇਸ ਤਰ੍ਹਾਂ ਰਗੜਦੇ ਆ ਨਾ, ਜਦੋਂ ਰਗੜਨ ਦੇ ਨਾਲ ਇਹਦੇ ਵਿੱਚ ਰਲ ਜਾਂਦੀ ਹੈ। ਮਤਲਬ ਪੁਰਾਤਨ ਸਰੂਪਾਂ ਦੇ ਵਿੱਚ ਹੀ ਇਹ ਵਿਧੀ ਵਰਤਦੇ ਸਨ। ਬਾਬਾ ਦੀਪ ਸਿੰਘ ਜੀ ਦਾ, ਭਾਈ ਮਨੀ ਸਿੰਘ ਜੀ ਦੇ ਸਰੂਪਾਂ ਦੇ ਵਿੱਚ ਇਹੀ ਵਿਧੀ ਵਰਤੀ ਗਈ ਸੀ। ਕਦੇ ਵਿਰੋਧ ਨਹੀਂ ਕਿਸੇ ਨੇ ਕੀਤਾ, ਜਿਵੇਂ ਫੈਮਿਲੀ ਚੋਂ ਜੇ ਗੱਲ ਕਰ ਲਈਏ ਜਾਂ ਹਿੰਦੂ ਕਮਿਊਨਿਟੀ ਚੋਂ ਤੁਸੀਂ ਆਏ ਜਾਂ ਸਾਕ ਸੰਬੰਧੀਆਂ, ਤੁਹਾਡੇ ਮਨ 'ਚ ਕਿਵੇਂ ਖਿਆਲ ਆਇਆ ਕਿ ਗੁਰੂ ਸਾਹਿਬ ਦਾ ਸਰੂਪ ਹੱਥੀਂ ਲਿਖਿਆ ਜਾਵੇ? ਦਮਦਮੇ ਟਕਸਾਲ ਦੀਆਂ ਸੁਧਾਈ ਵਾਲੀਆਂ ਪੋਥੀਆਂ ਨੇ, ਇਹਨਾਂ ਦੇ ਉੱਤੋਂ ਵੇਖ ਕੇ ਉਤਾਰਾ ਕਰਦੇ ਆ। ਸਿਆਹੀ ਬਣਾਉਣ ਤੇ ਕਿੰਨਾ ਸਮਾਂ ਲੱਗ ਜਾਂਦਾ? 20 ਦਿਨ ਲੱਗ ਜਾਂਦੇ। 20 ਦਿਨ ਲਗਾਤਾਰ ਰਗੜਾਈ ਕਰਨੀ ਪੈਂਦੀ। ਉਸ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਾਈਡ ਦੇ ਉੱਤੇ ਮੀਨਾਕਾਰੀ ਹੋਣੀ ਹੈ ਨਾ, ਉਹ ਇਸ ਗੋਲਡ ਨਾਲ ਹੋਣਾ ਹੈ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਤਨ ਮਸ, ਧੰਨ ਲਿਖਾਰੀ ਨਾਨਕਾ ਜਿਹਨੇ ਨਾਮ ਲਿਖਾਇਆ ਸੱਚ। ਗੁਰੂ ਸਾਹਿਬ ਕਹਿੰਦੇ ਆ ਕਿ ਉਹ ਲਿਖਾਰੀ ਧੰਨ ਹੈ ਜੋ ਸੱਚ ਲਿਖਦਾ ਹੈ। ਜੇ ਅਜਿਹੇ ਹੀ ਇੱਕ ਲਿਖਾਰੀ ਦੇ ਨਾਲ ਮਿਲਾਉਣ ਆਏ ਆ ਤੁਹਾਨੂੰ, ਜੋ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ, ਹੱਥੀਂ ਗੁਰੂ ਸਾਹਿਬ ਦਾ ਸਰੂਪ ਲਿਖ ਰਿਹਾ ਹੈ। ਇੱਕ ਹਿੰਦੂ ਨੌਜਵਾਨ ਜੋ ਸਿੱਖ ਬਣਿਆ, ਸਾਡੇ ਨਾਲ ਹੈ ਵੀਰ ਮਨਕੀਰਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿਹਾ ਕਿ ਗੁਰੂ ਸਾਹਿਬ ਕਹਿੰਦੇ ਕਿ ਉਹ ਲਿਖਾਰੀ ਧੰਨ ਹੈ ਜੋ ਸੱਚ ਲਿਖਦਾ ਹੈ, ਸੱਚ ਦੀ ਕਿਰਤ ਕਰਦਾ ਹੈ। ਤੁਹਾਡੇ ਮਨ 'ਚ ਕਿਵੇਂ ਖਿਆਲ ਆਇਆ ਕਿ ਗੁਰੂ ਸਾਹਿਬ ਦਾ ਸਰੂਪ ਹੱਥੀਂ ਲਿਖਿਆ ਜਾਵੇ? ਇਹ ਤਾਂ ਦੇਖੋ ਗੁਰੂ ਸਾਹਿਬ ਦੀ ਕਿਰਪਾ ਹੈ। ਅਤੇ ਜਿਹੜਾ ਸੱਚ ਦੀ ਗੱਲ ਕਰਦੇ ਹੋ, ਵੀ ਇਦੋਂ ਵੱਡਾ ਸੱਚ ਕੋਈ ਹੋ ਹੀ ਨਹੀਂ ਸਕਦਾ, ਹੈ ਨਾ। ਕਿਉਂਕਿ ਅਕਾਲ ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਅਤੇ ਨਿਰੰਕਾਰ ਤੋਂ ਵੱਡਾ ਸੱਚ ਕੁਛ ਨਹੀਂ। ਅਤੇ ਨਿਰੰਕਾਰ ਦਾ ਸਵਰੂਪ ਸ਼ਬਦ ਹੈ, ਅਤੇ ਸ਼ਬਦ ਨੂੰ ਅੱਖਰਾਂ ਦੇ ਵਿੱਚ ਉਤਾਰਨਾ ਉਹ ਕਰਤੇ ਦੀ ਕਿਰਪਾ ਦੁਆਰਾ ਹੀ ਹੋ ਸਕਦਾ ਹੈ। ਕਿਉਂਕਿ ਉਹ ਕਰਤਾ ਆਪ ਜੇ ਕਿਰਪਾ ਕਰੇ ਤਾਂ ਹੀ ਕਾਰਜ ਹੁੰਦੇ ਨੇ। ਜੇ ਫੁੱਲਾਂ ਦੇ ਵਿੱਚ ਮਹਿਕ ਉਹਨੇ ਪੈਦਾ ਕਰਨੀ ਹੈ ਤਾਂ ਉਹ ਕਰਤੇ ਦਾ ਕਾਰਜ ਹੈ ਨਾ, ਉਹ ਪੈਦਾ ਕਰ ਰਿਹਾ। ਦੇਖੋ, ਜਨਮ ਲੈਣਾ ਸਾਡੇ ਵੱਸ ਨਹੀਂ, ਜੀਣਾ ਸਾਡੇ ਵੱਸ ਨਹੀਂ, ਮਰਨਾ ਸਾਡੇ ਵੱਸ ਨਹੀਂ। ਸਾਰਾ ਕੁਝ ਸੱਚੇ ਪਾਤਸ਼ਾਹ ਨੇ ਆਪ ਦੀ ਖੇਡ ਦੇ ਵਿੱਚ, ਬਾਜੀਗਰ ਡੰਕ ਵਜਾਇਓ ਸਭ ਖਲਕ ਤਮਾਸ਼ਾ ਹੈ, ਸਾਰਾ ਖੇਡ ਤਮਾਸ਼ਾ ਹੈ ਉਸ ਬਾਜੀਗਰ ਦਾ, ਉਹ ਸੱਚੇ ਪਾਤਸ਼ਾਹ ਦਾ। ਉਹਨੇ ਹੀ ਇਹ ਜੁਗਤ ਬਣਾਈ, ਉਹਨੇ ਹੀ ਇਹ ਖੇਡ ਬਣਾਈ ਵੀ ਬਾਣੀ ਲਿਖਣਾ। ਮੈਂ ਆਪਦੇ ਆਪ ਨੂੰ ਇਹ ਵਡਭਾਗਾ ਸਮਝਦਾ ਵੀ ਜਿਹੜਾ ਮੈਨੂੰ ਐਡਾ ਵੱਡਾ ਕਾਰਜ ਸੱਚੇ ਪਾਤਸ਼ਾਹ ਨੇ ਜਿਹੜਾ ਬਾਣੀ ਲਿਖਣ ਦਾ ਕਾਰਜ ਮੇਰੇ ਲੇਖੇ, ਮੇਰੇ ਭਾਗਾਂ ਦੇ ਵਿੱਚ ਆਇਆ ਜੀ। ਪਹਿਲੀ ਵਾਰ ਕਦੋਂ ਮਨ 'ਚ ਆਇਆ ਕਿ ਗੁਰੂ ਸਾਹਿਬ ਦਾ ਸਰੂਪ ਲਿਖਿਆ ਜਾਵੇ, ਜਾਂ ਪਹਿਲਾ ਅੰਗ ਜਦੋਂ ਲਿਖਿਆ ਉਦੋਂ ਕੀ ਮਹਿਸੂਸ ਹੋਇਆ? ਕਦੋਂ, ਕਿਵੇਂ ਸ਼ੁਰੂਆਤ ਕੀਤੀ? ਦੇਖੋ, ਜਦੋਂ ਮਨ ਦੇ ਵਿੱਚ ਖਿਆਲ ਆਇਆ ਉਹ ਤਕਰੀਬਨ 3 ਕੁ ਸਾਲ ਪਹਿਲਾਂ ਦੀ ਗੱਲ ਹੈ। ਅਤੇ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਆਰੰਭਤਾ ਕੀਤੀ, ਉਦੋਂ ਉਹ ਨਾ ਬਿਆਨੇ ਜਾਣ ਵਾਲੇ ਸ਼ਬਦ ਨੇ। ਵੀ ਉਸ ਵੇਲੇ ਮਨ ਨੂੰ ਇੱਦਾਂ ਸੀ ਵੀ ਜਿਹੜਾ ਸੱਚੇ ਪਾਤਸ਼ਾਹ ਨੇ ਐਡੀ ਵੱਡੀ ਕਿਰਪਾ, ਇੱਕ ਨੀਚ ਜੇ ਭਾਵ ਇੱਕ ਕੂੜੇ ਦੇ ਵਿੱਚੋਂ, ਗੰਦਗੀ ਦੇ ਵਿੱਚ ਪਿਆ ਇੱਕ, ਮਤਲਬ ਕਿ ਕਹਿ ਦਈਏ ਕਿ ਨਕੰਮਾ ਅਤੇ ਵਿਅਰਥ ਕਾ ਜੀਵਨ ਸੱਚੇ ਪਾਤਸ਼ਾਹ ਨੇ ਚੱਕ ਕੇ ਇੱਕ ਸਰਮੋਰ ਹੀਰੇ ਵਰਗਾ ਬਣਾ ਦਿੱਤਾ, ਜਿਹਨੂੰ ਬਾਣੀ ਲਿਖਣ ਦਾ ਸੇਵਾ, ਐਡੀ ਵੱਡੀ ਸੇਵਾ ਦੇ ਦਿੱਤੀ। ਅਤੇ ਉਹ ਉਸ ਵੇਲੇ ਦਾ ਮਨ, ਉਸ ਵੇਲੇ ਦਾ ਆਨੰਦ, ਉਹ ਮੈਂ ਜਾਣਦਾ, ਬਿਆਨਾ ਨਹੀਂ ਜਾ ਸਕਦਾ, ਜਾਂ ਮੇਰੇ ਗੁਰੂ ਸਾਹਿਬ ਜਾਣਦੇ ਨੇ ਵੀ ਉਸ ਵੇਲੇ ਮਨ ਦੇ ਵਿੱਚ ਕਿੱਦਾਂ ਦਾ ਚਾਅ ਸੀ। ਵਿਧੀ ਕਿਵੇਂ ਬਣੀ? ਜਿਵੇਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਹਿੰਦੂ ਕਮਿਊਨਿਟੀ 'ਚੋਂ ਸੀ, ਸਿੱਖ ਬਣੇ, ਕਿਵੇਂ ਵਿਧੀ ਬਣੀ ਉਹ? ਦੇਖੋ, ਪਹਿਲੀ ਗੱਲ ਤਾਂ ਸਾਰੀਆਂ ਥਾਵਾਂ ਦੇ ਉੱਤੇ ਜਾ ਕੇ, ਤਕਰੀਬਨ ਮੈਂ ਸਾਰੇ ਕਿਤੇ ਗਿਆ ਸਾਂ। ਪਹਿਲਾਂ ਮੈਂ ਜਾਗਰਣ ਦੇ ਵਿੱਚ ਢੋਲਕੀ ਵਜਾਉਂਦਾ ਹੁੰਦਾ ਸੀ, ਜਿਹੜੇ ਕਵਾਲ ਸੀ ਉਹਨਾਂ ਨਾਲ ਤਬਲਾ ਤੁਬਲਾ ਵਜਾ ਲੈਣਾ, ਕਵਾਲੀ ਵੀ ਕਰਦੇ, ਜਾਂ ਹੋਰ ਵੀ ਕਾਫੀ ਚੀਜ਼ਾਂ ਮੈਂ ਕਰਦਾ ਹੁੰਦਾ ਸੀ। ਰਾਧਾ ਸੌਮੀਆਂ ਦੇ ਨਾਲ ਵੀ ਚਲੇ ਜਾਣਾ, ਕਿਉਂਕਿ ਪਹਿਲਾਂ ਕਿਹੜਾ ਕੋਈ
ਬੰਦੇਸ਼ 'ਚ ਜਾਂ ਕਿਸੇ ਦਾ, ਉਹਨਾਂ ਦੇ ਨਾਲ ਵੀ ਚਲੇ ਜਾਣਾ, ਜਿਹੜੇ ਨਿਰੰਕਾਰੀਏ ਉਹਨਾਂ ਨਾਲ ਵੀ ਚਲੇ ਜਾਣਾ, ਦੂਸਰੇ ਆਹ ਜਿਹੜੇ ਪ੍ਰੇਮੀ ਹੁੰਦੇ ਨੇ ਉਹਨਾਂ ਨਾਲ ਵੀ ਚਲੇ ਜਾਣਾ, ਹਰੇਕ ਕਿਤੇ ਚਲੇ ਜਾਣਾ। ਪਰ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਕੂਨ ਮਿਲਿਆ ਨਾ, ਉਹ ਕਿਤੇ ਨਹੀਂ। ਕਿਉਂਕਿ ਜੋ ਗੁਰੂ ਨਾਨਕ ਦੀ ਬੁੱਕਲ ਦੇ ਵਿੱਚ ਨਿੱਘ ਹੈ, ਉਹ ਸਾਰੇ ਜਗਤ ਦੇ ਵਿੱਚ ਕਿਤੋਂ ਨਹੀਂ ਮਿਲ ਸਕਦੀ ਤੁਹਾਨੂੰ। ਕਿਉਂਕਿ ਹਰੇਕ ਗੁਰੂ ਤੁਹਾਡੀ ਬਾਂਹ ਪਕੜ ਸਕਦਾ ਹੈ, ਤੁਹਾਨੂੰ ਪਾਰ ਉਤਾਰਾ ਕਰ ਸਕਦਾ ਹੈ, ਪਰ ਬੁੱਕਲ ਦੇ ਵਿੱਚ ਗੁਰੂ ਨਾਨਕ ਹੀ ਲੈਂਦਾ ਇਕੱਲਾ। ਜਿਹੜਾ ਬੁੱਕਲ ਦੇ ਵਿੱਚ ਲੈਂਦਾ ਨਾ, ਉਹ ਮਾਂ ਵਰਗਾ ਗੁਰੂ ਇਕੱਲਾ ਗੁਰੂ ਨਾਨਕ ਹੈ, ਹੋਰ ਕੋਈ ਨਹੀਂ। ਕੁਝ ਤਤਕਾਲੀ ਕਾਰਨ ਵੀ ਹੁੰਦੇ ਆ ਹਨਾ, ਇੱਕਦਮ ਬੰਦਾ ਤਬਦੀਲ ਹੁੰਦਾ, ਇੱਕਦਮ ਬੰਦੇ ਦੀ ਸੋਚ ਬਦਲਦੀ ਹੈ, ਜਾਂ ਆਹ ਕੰਮ ਕਰਨ ਨੂੰ ਜੀ ਕਰਦਾ, ਇੱਕਦਮ ਕਿਵੇਂ? ਉਹ ਇੱਕਦਮ ਨਹੀਂ ਹੋਇਆ ਕੁਝ ਵੀ, ਇੱਕਦਮ ਕੁਝ ਵੀ ਨਹੀਂ ਹੁੰਦਾ। ਉਹ ਵਿਧੀ ਪਹਿਲਾਂ ਤੋਂ ਹੀ ਬਣੀ ਹੁੰਦੀ ਹੈ। ਤੇ ਪਰ ਇੱਕ ਗੱਲ ਹੋਈ ਵੀ ਜਿਸ ਤਰ੍ਹਾਂ ਕੁਛ ਕੁ ਮਹਾਰਾਜ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਪਿਆ, ਉਹ ਮਹਾਰਾਜ ਦੁੱਖ ਕਰਕੇ ਇਹੋ ਜੀ ਘਾੜਨਾ ਆਪਣੇ ਸਿੱਖ ਦੀ ਘੜਦੇ ਨੇ, ਦੁੱਖ ਦਿੰਦੇ ਨੇ, ਫੇਰ ਘਾੜਨਾ ਘੜਦੇ ਨੇ, ਦੁੱਖ ਦਿੰਦੇ ਨੇ, ਫੇਰ ਘਾੜਨਾ ਘੜਦੇ ਨੇ। ਹੌਲੀ ਹੌਲੀ ਕਰਕੇ ਉਹ ਆਪਣੇ ਸਿੱਖ ਨੂੰ ਪੂਰਨ ਜਿਹੜੇ ਰਸਤੇ ਦੇ ਉੱਤੇ ਤੋਰਨਾ ਹੁੰਦਾ ਉਸ ਦੇ ਉੱਤੇ ਤੋਰ ਲੈਂਦੇ ਨੇ। ਉਹ ਸੱਚੇ ਪਾਤਸ਼ਾਹ ਨੇ ਇਹੋ ਜਿਹੀਆਂ ਦੁੱਖ ਦਾ ਸਮਾਂ ਵੀ ਦਿੱਤਾ, ਤਾਂ ਕਰਕੇ ਥੋੜ੍ਹਾ ਜਿਹਾ ਜੁੜੇ। ਫਿਰ ਜਿਵੇਂ ਫਾਦਰ ਸਾਹਿਬ ਨੂੰ ਕੈਂਸਰ ਹੋਇਆ, ਮਹਾਰਾਜ ਸਾਹਿਬ ਨੇ ਲਾਸਟ ਸਟੇਜ ਤੋਂ ਬਚਾਇਆ ਕੈਂਸਰ ਦੇ ਵਿੱਚੋਂ। ਫਿਰ ਮਨ ਦੇ ਵਿੱਚ ਸ਼ਰਧਾ ਹੋਰ ਵੱਧ ਗਈ, ਤੇ ਫਿਰ ਗੁਰੂ ਸਾਹਿਬ ਨਾਲ ਪ੍ਰੇਮ ਵਧਿਆ। ਫਿਰ ਚਿੱਤ ਕੀਤਾ ਵੀ ਕੇਸ ਰੱਖੇ ਜਾਣ, ਕੇਸ ਰੱਖੇ ਜਾਣ। ਸੰਗੀਤ ਦਾ ਸ਼ੌਂਕ ਸੀ, ਸੰਗੀਤ ਪਹਿਲਾਂ ਹੀ ਕਰਦੇ ਸੀ। ਫਿਰ ਮੈਂ ਤਬਲਾ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਵਜਾਉਣਾ ਸ਼ੁਰੂ ਕੀਤਾ, ਕੇਸ ਰੱਖੇ ਹੋਏ ਸਨ। ਹੌਲੀ ਹੌਲੀ ਕੇਸ ਵਧਣੇ ਸ਼ੁਰੂ ਹੋ ਗਏ, ਬਾਬਾ ਜੀ ਨੇ ਪਰਨਾ ਬੰਨ੍ਹਣਾ ਸਿਖਾ ਦਿੱਤਾ। ਫਿਰ ਸਮਾਂ ਦਿਨ ਪਰ ਦਿਨ, ਦਿਨ ਪਰ ਦਿਨ, ਦਿਨ ਦਿਨ ਚੜ੍ਹਾ ਸਵਾਇਆ। ਉਹ ਸਵਾਇਆ ਕਰਕੇ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕਰ ਦਿੱਤੀ। ਹਾਲੇ ਹੋਰ ਵੀ ਰੰਗ ਚੜ੍ਹ ਰਹੇ ਨੇ ਮਨ ਨੂੰ। ਅੰਮ੍ਰਿਤਪਾਨ ਕਿੱਥੋਂ ਕੀਤਾ ਤੁਸੀਂ? ਅੰਮ੍ਰਿਤਪਾਨ ਖੇੜਾ ਸਾਹਿਬ ਬਾਬਾ ਹਰਨਾਮ ਸਿੰਘ ਜੀ ਦਾ ਸਥਾਨ ਹੈ, ਜਿਹੜਾ ਗੜ੍ਹਦੀਵਾਲ ਹੁਸ਼ਿਆਰਪੁਰ ਤੋਂ, ਉੱਥੇ ਅੰਮ੍ਰਿਤਪਾਨ ਕੀਤਾ ਜੀ। ਹਾਂਜੀ। ਕਦੇ ਵਿਰੋਧ ਨਹੀਂ ਕਿਸੇ ਨੇ ਕੀਤਾ, ਜਿਵੇਂ ਫੈਮਿਲੀ ਚੋਂ ਜੇ ਗੱਲ ਕਰ ਲਈਏ, ਜਾਂ ਹਿੰਦੂ ਕਮਿਊਨਿਟੀ ਚੋਂ ਤੁਸੀਂ ਆਏ, ਜਾਂ ਸਾਕ ਸੰਬੰਧੀਆਂ ਨੇ? ਥੋੜ੍ਹਾ ਸਾਕ ਸੰਬੰਧੀਆਂ ਵੱਲੋਂ ਹੋਇਆ ਹੈ, ਪਰ ਉੱਦਾਂ ਪਰਿਵਾਰ ਦੇ ਵੱਲੋਂ ਨਹੀਂ ਹੋਇਆ। ਬਾਕੀ ਆਪਾਂ ਦੇਖੋ ਕਹਿੰਦੇ ਹੁੰਦੇ ਆ ਵੀ ਸਾਨੂੰ ਜਾਂ ਤਾਂ ਫਿਰ ਇੱਕ ਪਾਸੇ ਹੀ ਹੋ ਸਕਦੇ ਆ, ਜਾਂ ਮੇਰੇ ਭਾਦੀ ਤਾਂ ਜੇ ਸਾਰੇ ਹੀ ਵਿਰੋਧ ਕਰਦੇ ਨਾ, ਮੈਂ ਤਾਂ ਵੀ ਗੁਰੂ ਗੋਬਿੰਦ ਸਿੰਘ ਦੇ ਚਰਨ ਨਹੀਂ ਛੱਡਣੇ ਸੀ। ਕਿਉਂਕਿ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਕਿਤੇ ਨਹੀਂ ਮਿਲ ਸਕਦਾ। ਸਾਰੇ ਜਿੰਨੇ ਵੀ ਆਪਾਂ ਜਗਤ ਦੇ ਵਿੱਚ ਗੁਰੂ ਪੀਰ ਪੈਗੰਬਰ ਹੋਏ ਨੇ, ਉਹਨਾਂ ਨੇ ਵੱਧ ਤੋਂ ਵੱਧ ਆਪਾ ਵਾਰ ਦਿੱਤਾ, ਹੋਰ ਤਾਂ ਨਹੀਂ। ਇਹ ਇੱਥੇ ਤਾਂ ਵਾਰਨ ਵਾਲੀ ਕੋਈ ਕਮੀ ਨਹੀਂ ਛੱਡੀ, ਸਭ ਕੁਝ ਹੀ ਵਾਰ ਦਿੱਤਾ। ਫਿਰ ਐਸੇ ਗੁਰੂ ਤੋਂ ਕਿਉਂ ਨਾ ਬਲ ਜਾਈਏ, ਐਸੇ ਗੁਰੂ ਕੋ ਬਲ ਜਾਈਏ। ਵੀ ਐਸੇ ਗੁਰੂ ਤੋਂ ਤਾਂ ਬਾਰ ਕੁਰਬਾਨ ਹੋਣ ਨੂੰ ਜੀ ਕਰਦਾ। ਤੇ ਆਪਾਂ ਛੱਡਣ ਵਾਲੀ ਤਾਂ ਗੱਲ ਹੀ ਨਹੀਂ ਕਰ ਸਕਦੇ ਕਦੇ ਵੀ। ਇਹ ਜਗ੍ਹਾ ਵਸਾਈ ਆ ਤੁਸੀਂ, ਇਹ ਥਾਂ ਵੀ ਵਿਖਾ ਦਿਓ, ਤੁਸੀਂ ਦੇਖ ਸਕਦੇ ਹੋ ਇੱਧਰ ਬਾਈ ਹੋਰਾਂ ਨੇ ਇਹ ਥਾਂ ਵਸਾਈ ਹੈ, ਜਿਸ ਦਾ ਨਾਂ ਰੱਖਿਆ ਗੁਰੂ ਨਾਨਕਪੁਰਾ। ਇਹ ਨਾਂ ਕਿਵੇਂ ਆਇਆ ਦਿਲ ਦੇ ਵਿੱਚ? ਕਿਉਂਕਿ ਦੇਖੋ ਭਾਈ ਸਾਹਿਬ ਜੀ, ਗੁਰੂ ਨਾਨਕ ਤੋਂ ਬਿਨਾਂ ਇੱਕ ਇਹ ਮੈਂ ਪਹਿਲਾਂ ਲਿਖਦਾ ਹੁੰਦਾ ਸੀ, ਗੁਰੂ ਨਾਨਕਪੁਰਾ ਨਿਆਸਰਿਆਂ ਦਾ ਘਰ, ਨਿਆਸਰਿਆਂ ਵਾਸਤੇ ਬਣਾਇਆ ਜਿਹੜਾ ਸਥਾਨ, ਵੀ ਵਰਤ ਰਹੇ ਸੀ ਵੀ ਨਿਆਸਰਿਆਂ ਦਾ ਘਰ ਹੈ। ਫਿਰ ਇੱਕ ਦਿਨ ਮੇਰੇ ਮਨ ਦੇ ਵਿੱਚ ਆਇਆ ਵੀ ਜਿਹਦਾ ਗੁਰੂ ਹੋਵੇ, ਜਿਹਦਾ ਪਰਮਾਤਮਾ ਹੋਵੇ, ਉਹ ਨਿਆਸਰਾ ਕਿਵੇਂ ਹੋ ਸਕਦਾ ਹੈ। ਮੈਨੂੰ ਉੱਥੇ ਲੱਗਿਆ ਵੀ ਮੈਂ ਇਹ ਸ਼ਬਦ ਗਲਤ ਵਰਤ ਰਿਹਾ। ਫਿਰ ਇਸ ਕਰਕੇ ਅਸੀਂ ਇਕੱਲਾ ਗੁਰੂ ਨਾਨਕਪੁਰਾ ਰੱਖ ਲਿਆ। ਤੇ ਗੁਰੂ ਨਾਨਕ ਦੀ ਜਿਹੜੀ ਕਿਰਪਾ, ਉਹ ਸਾਰੇ ਜਗਤ ਦੇ ਨਾਲੋਂ ਵੱਧ ਕਿਰਪਾ ਵਰਤਦੀ ਹੈ। ਕਿਉਂਕਿ ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਪਾਤਸ਼ਾਹ ਸਾਰੇ ਜਗਤ ਦਾ ਗੁਰੂ ਹੈ, ਤੇ ਉਹ ਹਰੇਕ ਨੂੰ ਬੁੱਕਲ ਦੇ ਵਿੱਚ ਲੈਂਦਾ। ਕਿਉਂਕਿ ਇੱਥੇ ਗੁਰੂ ਨਾਨਕਪੁਰਾ ਰੱਖਣ ਦਾ ਕਾਰਨ ਇਹ ਹੈ, ਅਸੀਂ ਇਹਨੂੰ ਆਸ਼ਰਮ ਵੀ ਰੱਖ ਸਕਦੇ ਸੀ, ਆਪਣਾ ਘਰ ਵੀ ਰੱਖ ਸਕਦੇ ਸੀ, ਤੇ ਕੋਈ ਹੋਰ ਜਿਵੇਂ ਜਿਹੜੇ ਬੇਸਹਾਰਾ ਨੇ ਉਹ ਵੀ, ਉਹਨਾਂ ਦੀ ਵੀ ਸੇਵਾ ਕਰਦੇ ਹੋ? ਹਾਂਜੀ, ਹੋਰ ਨਾਮ ਵੀ ਰੱਖ ਸਕਦੇ ਸੀ। ਪਰ ਜਿਹੜਾ ਗੁਰੂ ਨਾਨਕ ਹੈ ਨਾ, ਗੁਰੂ ਨਾਨਕਪੁਰਾ ਰੱਖਣ ਦਾ ਕਾਰਨ ਇਹ ਹੈ ਵੀ ਇਸ ਦੇ ਵਿੱਚ ਕੋਈ ਜਾਤ ਧਰਮ, ਕੋਈ ਵੀ ਇੱਕ ਫਿਰਕੇ ਦਾ ਰਹਿ ਹੀ ਨਹੀਂ ਗਿਆ। ਕਿਉਂਕਿ ਗੁਰੂ ਨਾਨਕ ਸਾਂਝਾ ਰਹਿਬਰ ਹੈ, ਉਹ ਸਾਰੇ ਜਗਤ ਦਾ ਸਾਂਝਾ ਰਹਿਬਰ ਹੈ। ਇਸ ਕਰਕੇ ਇਸ ਦਾ ਨਾਮ ਅਸੀਂ ਗੁਰੂ ਨਾਨਕਪੁਰਾ ਰੱਖਿਆ ਹੈ। ਮੈਂ ਚਾਹੂੰਗਾ ਕਿ ਅੰਦਰ ਵੀ ਤੁਸੀਂ ਦਿਖਾਓ ਸਾਨੂੰ, ਜਿੱਥੇ ਸੇਵਾ ਕਰਦੇ ਹੋ ਹਨਾ ਗੁਰੂ ਸਾਹਿਬ ਦੇ ਅੰਗਾਂ ਦੀ। ਤਾਂ ਇਹ ਉਹ ਜਗ੍ਹਾ ਜਿੱਥੇ ਬਾਈ ਹੋਰੀ ਸੇਵਾ ਕਰਦੇ ਆ ਗੁਰੂ ਸਾਹਿਬ ਦੇ ਅੰਗਾਂ ਦੀ, ਤੇ ਕੀਰਤਨ ਵੀ ਕਰਦੇ ਇਸੇ ਜਗ੍ਹਾ ਦੇ ਉੱਤੇ। ਤੇ ਇੱਧਰ ਗੁਰੂ ਸਾਹਿਬ ਦੇ ਅੰਗ ਦੀ ਸੇਵਾ ਕਰ ਰਹੇ ਨੇ। ਕਿਹੜਾ ਅੰਗ ਹੈ ਜੀ ਇਹ? 311ਵਾਂ ਅੰਗ ਹੈ ਜੀ। ਇਹ ਹੁਣ ਕੁਛ ਕੁ ਪੰਕਤੀਆਂ ਲਿਖੀਆਂ ਸਨ, ਇਹ ਗਿੱਲੀਆਂ ਸਨ, ਤਾਂ ਕਰਕੇ ਸੁੱਕਣੇ ਵਾਸਤੇ ਇੱਦਾਂ ਰੱਖ ਦਿੱਤਾ। ਕਿਉਂਕਿ ਕਾਫੀ ਲੰਬਾ ਸਮਾਂ ਫਿਰ ਇਹਨੂੰ ਸੁਕਾਉਣਾ ਪੈਂਦਾ ਹੈ, ਕਿਉਂਕਿ ਗਿੱਲਾ ਹੋਣ ਕਰਕੇ ਖਰਾਬ ਨਾ ਹੋ ਜਾਵੇ, ਇਸ ਕਰਕੇ ਸੁਕਾਉਣਾ ਪੈਂਦਾ। ਇਹਨੂੰ ਸੁੱਕਣ ਵਾਸਤੇ ਰੱਖਿਆ। ਜਦੋਂ ਸੁੱਕ ਗਿਆ ਫਿਰ ਅੱਗੇ ਦੇਖਾਂ। ਇੱਕ ਸਿਆਹੀ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਸਿਉਣੇ ਦੀ ਸਿਆਹੀ ਦੀ ਵਰਤੋਂ ਕਰਦੇ ਹੋ ਗੁਰੂ ਸਾਹਿਬ ਦੇ ਸਰੂਪ
ਲਿਖਣ ਦੇ ਲਈ, ਸੇਵਾ ਕਰਨ ਦੇ ਲਈ? ਹਾਂਜੀ ਹਾਂਜੀ, ਉਹਦੇ ਵਿੱਚ ਇਹ ਮੇਰੀ ਆਪਣੀ ਸ਼ੈਲੀ ਨਹੀਂ, ਇਹ ਪੁਰਾਣੇ ਸਮੇਂ ਤੋਂ ਹੀ ਇਹ ਸ਼ੈਲੀ ਵਰਤੀ ਜਾਂਦੀ ਸੀ। ਜਿੰਨੇ ਵੀ ਪੁਰਾਤਨ ਸਰੂਪ ਨੇ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਆ ਨਾ ਜਿੱਥੇ ਵੀ, ਉਹ ਪੁਰਾਤਨ ਸਰੂਪ ਹੀ ਵਰਤਦੇ ਸਨ। ਮਤਲਬ ਪੁਰਾਤਨ ਸਰੂਪਾਂ ਦੇ ਵਿੱਚ ਹੀ ਇਹ ਵਿਧੀ ਵਰਤਦੇ ਸਨ। ਬਾਬਾ ਦੀਪ ਸਿੰਘ ਜੀ ਦਾ, ਭਾਈ ਮਨੀ ਸਿੰਘ ਜੀ ਦੇ ਸਰੂਪਾਂ ਦੇ ਵਿੱਚ ਇਹੀ ਵਿਧੀ ਵਰਤੀ ਗਈ ਸੀ। ਤਾਂ ਕਰਕੇ ਫਿਰ ਮੈਂ ਵੀ ਇਹ ਵਿਧੀ ਨੂੰ ਅਪਣਾਉਣਾ ਚੰਗਾ ਸਮਝਿਆ, ਕਿਉਂਕਿ ਹੋਰ ਤਰੀਕਿਆਂ ਨਾਲ ਵੀ ਬਹੁਤ ਤਰੀਕਿਆਂ ਨਾਲ ਬਣਦੀ ਹੈ ਸ਼ਾਹੀ। ਪਰ ਜਿਹੜੇ ਪੁਰਾਣੇ ਪੁਰਾਤਨ ਗ੍ਰੰਥ ਜਿਹੜੇ ਮੈਂ ਵੇਖੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਗ੍ਰੰਥਾਂ ਦੀ ਦਰਸ਼ਨ ਕੀਤੇ, ਉਹਨਾਂ ਦੇ ਪਿੱਛੇ ਇਸੇ ਵਿਧੀ ਦਾ ਜ਼ਿਕਰ ਕੀਤਾ ਹੋਇਆ ਸੀ। ਤਾਂ ਕਰਕੇ ਮੈਂ ਇਹੀ ਵਿਧੀ ਅਪਣਾਈ ਹੈ ਜੀ। ਉਹ ਵਿਧੀ ਸਿੱਖਣ ਦੇ ਲਈ ਕਿੰਨਾ ਸਮਾਂ ਲੱਗਿਆ ਤੁਹਾਨੂੰ, ਜਾਂ ਕਿੱਥੋਂ ਸਿੱਖਿਆ, ਸਭ ਸੰਥਿਆ ਕਿੱਥੋਂ ਲਈ? ਜਿਹੜੀ ਮੈਂ ਨਰਮਲੇ ਸਾਧੂਆਂ ਕੋਲੇ ਪਹਿਲਾਂ ਰਹਿੰਦਾ ਹੁੰਦਾ ਸੀ, ਉੱਥੇ ਉਹ ਆਯੁਰਵੇਦ ਦੇ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਵਾਲੇ, ਉਹਨੂੰ ਕਾਫੀ ਗਿਆਨ ਨੇ ਜੜੀ ਬੂਟੀਆਂ ਦਾ। ਉਹਨਾਂ ਦੇ ਕੋਲ ਰਹਿਣ ਕਰਕੇ ਮੈਨੂੰ ਯਾਦ ਆ, ਨਾਮ ਸੀਗੇ ਸਾਰੇ ਯਾਦ ਹੀ ਸੀਗੇ ਤਕਰੀਬਨ। ਆਮ ਤਾਂ ਜੇ ਆਪਾਂ ਜੇ ਕਿਸੇ ਨੂੰ ਪੁੱਛ ਲਈਏ ਬੋਲ ਕੀ ਹੁੰਦਾ ਹੈ, ਬੋਲ ਨਹੀਂ ਪਤਾ ਲੱਗਣਾ ਵੀ ਬੋਲ ਕੀ ਹੋਊਗਾ। ਬੋਲ, ਕਿੱਕਰ ਦੀ ਗੂੰਦ, ਵਿਜੇ ਸਾਰ, ਜਿਵੇਂ ਲਾਜਵਰਦ, ਇੱਕ ਰੱਤੀ ਸੋਨਾ, ਨੀ ਆਪਾਂ ਅਜੇ ਲਾਜਵਰਤ ਵੀ ਪਾ ਲੈਂਦੇ, ਹੋਰ ਵੀ ਚੀਜ਼ਾਂ ਕਾਫੀ ਨੀਲਾ ਥੋਤਾ ਪਾ ਲੈਂਦੇ ਆ। ਇਹ ਸਾਰੀਆਂ ਚੀਜ਼ਾਂ ਪਾ ਕੇ ਮਤਲਬ ਸ਼ਾਹੀ ਤਿਆਰ ਹੁੰਦੀ ਹੈ। ਇਹ ਉੱਥੋਂ ਹੀ ਮੈਨੂੰ ਪਤਾ ਲੱਗਿਆ, ਕਿਉਂਕਿ ਉੱਥੇ ਮੈਂ ਰਹਿੰਦਾ ਹੁੰਦਾ ਸੀ, ਮੈਨੂੰ ਬੂਟੀਆਂ ਦਾ ਪਤਾ ਲੱਗਿਆ। ਫਿਰ ਇਹ ਜਿਹੜੀ ਵਿਧੀ ਸੀ ਇਹ ਮੈਂ ਪੜ੍ਹੀ ਹੋਣ ਕਰਕੇ ਮੈਂ ਕੋਸ਼ਿਸ਼ ਕੀਤੀ ਬਣਾਉਣ ਦੀ, ਫਿਰ ਤਾਂ ਕਰਕੇ ਫਿਰ ਹੌਲੀ ਹੌਲੀ ਕਰਕੇ ਸਿੱਖਿਆ। ਇਹ ਸਿਆਹੀ ਪਈ ਹੋਈ ਆ ਹਨਾ, ਦਿਖਾਉਂਗੇ? ਮੈਂ ਚਾਹੂੰਗਾ। ਬਿਲਕੁਲ ਬਿਲਕੁਲ ਜੀ। ਦੇਖੋ ਇਹਦੇ ਵਿੱਚ ਇਦਾਂ ਛੋਟੇ ਦੇ ਵਿੱਚ ਇੱਥੇ ਕਰਕੇ ਸੋਨਾ ਲੱਗਦਾ ਹੈ, ਇੱਥੇ ਸੋਨਾ ਲੱਗਿਆ, ਸ਼ਾਇਦ ਦਿਖੂਗਾ ਹੁਣ, ਜਾਂ ਤਾਂ ਘਸ ਗਿਆ ਹੁਣ। ਆ ਦੇਖੋ, ਆ ਪਿੱਛੇ ਦਿਖ ਰਿਹਾ, ਨਜ਼ਰ ਆ ਰਿਹਾ ਥੋੜਾ ਥੋੜਾ। ਇਹ ਤੇ ਇਹਦੇ ਵਿੱਚ ਸੋਨਾ ਲੱਗ ਜਾਂਦਾ, ਇਸ ਲਗਾਤਾਰ ਘਿਸਦਾ ਰਹਿੰਦਾ। ਫਿਰ ਉਹ ਵਿੱਚ ਪਾਨ ਚੜ ਜਾਂਦੀ ਹੈ ਇੱਕ ਰੱਤੀ ਸੋਨੇ ਨੂੰ, ਸ਼ਾਹੀ ਨੂੰ। ਫਿਰ ਉਹ ਅੰਗਾਂ ਦੇ ਉੱਤੇ ਜਿਵੇਂ ਅੱਖਰ ਉੱਭਰ ਲੱਗ ਜਾਣ, ਜਿਹਦੇ ਨਾਲ ਵੀ ਬਹੁਤੀ ਨਿਗਾਹ ਨਾ ਲੱਗੇ, ਘੱਟ ਚਾਨਣ ਦੇ ਵਿੱਚ ਵੀ ਇਹ ਸ਼ਬਦ। ਕਿਉਂਕਿ ਪਹਿਲਾਂ ਵਾਲੇ ਜਿਹੜੇ ਗ੍ਰੰਥੀ ਸਿੰਘ ਸੀ ਜਾਂ ਪੁਰਾਣੇ ਜਿਹੜੇ ਬਜ਼ੁਰਗ ਸਨ, ਉਦੋਂ ਲਾਈਟ ਨਹੀਂ ਸੀ ਹੁੰਦੀ, ਦੀਵਿਆਂ ਦੇ ਵਿੱਚ ਪਾਠ ਕਰਦੇ ਹੁੰਦੇ ਸੀ। ਬਾਣੀ ਪੜ੍ਹਨੀ ਉਹਨਾਂ ਨੇ ਦੀਵਿਆਂ ਦੇ ਵਿੱਚ ਪੜ੍ਹਨੀ, ਅਤੇ ਇਸ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਸੋਨੇ ਦੀ ਜਿਹੜੀ ਵਰਤੋਂ ਕਰਦੇ ਆ, ਵੀ ਉਹ ਅੱਖਰ ਉੱਭਰਨ। ਤਾਂ ਕਰਕੇ ਸਿਆਹੀ ਬਣਾਉਣ ਤੇ ਕਿੰਨਾ ਸਮਾਂ ਲੱਗ ਜਾਂਦਾ? 20 ਦਿਨ 20 ਦਿਨ ਲੱਗ ਜਾਂਦੇ। 20 ਦਿਨ ਲਗਾਤਾਰ ਰਗੜਾਈ ਕਰਨੀ ਪੈਂਦੀ, ਉਸ ਤੋਂ ਬਾਅਦ ਇਹ ਸ਼ਾਹੀ 20 ਦਿਨ ਰਗੜਾਈ ਕਰਨੀ ਪੈਂਦੀ ਹੈ। ਤੇ ਹੋਰ ਵੀ ਕੁਝ ਕੀ ਵਿਧੀ ਕੀ ਹੁੰਦੀ ਹੈ ਸਿਆਹੀ ਬਣਾਉਣ ਦੀ? ਦੇਖੋ ਪਹਿਲਾਂ ਤਾਂ ਇਹਨੂੰ ਜਿਹੜੀਆਂ ਸਾਰੀਆਂ ਵਸਤੂਆਂ ਹੁੰਦੀਆਂ ਨੇ, ਜਿਵੇਂ ਬੋਲ ਹੋ ਗਿਆ, ਉਹਨਾਂ ਨੂੰ ਕੁੱਟਣਾ ਪੈਂਦਾ। ਫਿਰ ਉਹਨੂੰ ਪਾਣੀ ਜਿਹੜਾ ਵਿਜੇ ਸਾਰ ਦਾ ਉਹਦੇ ਵਿੱਚ ਪਾ ਕੇ, ਉਹਨੂੰ ਫਿਰ ਸਾਰੀਆਂ ਚੀਜ਼ਾਂ ਨੂੰ ਪਾ ਕੇ ਵਿੱਚ ਸੋਨਾ ਸੋਟੇ ਦੇ ਉੱਤੇ ਲਾ ਕੇ, ਫਿਰ ਉਹਨੂੰ 20 ਦਿਨ ਰਗੜਦਾ ਹੀ ਰਹਿਣਾ। ਪਹਿਲੇ ਦੂਜੇ ਦਿਨ ਹੀ ਐਂ ਲੱਗ ਜਾਂਦਾ ਵੀ ਬਸ ਹੁਣ ਤਾਂ ਇਹ ਬਣ ਗਈ, ਪਰ ਰਗੜਾਈ ਪੂਰੇ 20 ਦਿਨ ਤੋਂ ਬਾਅਦ ਹੀ ਉਹਨੇ ਸੰਪੂਰਨ ਹੋਣਾ। ਕਿਉਂਕਿ ਪਾਨ ਚੜ੍ਹਦਾ ਹੀ ਰਹਿਣਾ, ਸੋਨੇ ਦੀ ਪਾਨ ਚੜ੍ਹਦੀ ਰਹਿਣੀ, ਤਾਂਬੇ ਦੀ ਪਾਨ ਚੜ੍ਹਦੀ ਰਹਿਣੀ। ਉਹ ਪਾਨ ਚੜ੍ਹ ਕੇ ਉਹਨੇ ਸ਼ਾਹੀ ਨੇ ਪੂਰਨ ਆਪਦੇ ਰੂਪ ਦੇ ਵਿੱਚ ਆਉਣਾ। ਤਾਂਬੇ ਦੇ ਭਾਂਡੇ ਦੀ ਵਰਤੋਂ ਕਰਦੇ ਹੋ ਤੁਸੀਂ? ਹਾਂਜੀ, ਤਾਂਬੇ ਦੇ ਭਾਂਡੇ ਦੀ, ਕਿਉਂਕਿ ਉਹਦੀ ਵਿਧੀ ਦੇ ਵਿੱਚ ਲਿਖਿਆ ਨਾ, ਤਾਂਬੇ ਦਾ ਭਾਂਡਾ। ਜਦੋਂ ਅਸੀਂ ਇਹਨੂੰ ਪਾ ਕੇ ਰੱਖਣਾ ਕੱਚ ਦੇ ਭਾਂਡੇ ਦੇ ਵਿੱਚ, ਉਹਦੇ ਫੰਗਸ ਨਹੀਂ ਲੱਗਦੀ, ਅਤੇ ਵਰਤੋਂ ਜਿਹੜੀ ਕਰਨੀ ਉਹ ਤਾਂਬੇ ਦੇ ਭਾਂਡੇ ਦੇ ਵਿੱਚ ਬਣਾਉਣੀ ਆ ਜਿਹੜੀ, ਉਹ ਤਾਂਬੇ ਦੇ ਭਾਂਡੇ ਵਿੱਚ। ਜਿਹੜੀ ਉਹ ਸੋਨੇ ਵਾਲੀ ਜਿਹੜੀ ਸਾਈਡ ਦੇ ਉੱਤੇ ਮੈਂ ਤੁਹਾਨੂੰ ਦਿਖਾ ਰਿਹਾ ਸੀ, ਪੂਰੀ ਪਿਓਰ ਗੋਲਡਨ ਜਿਹੜੀ ਗੋਲਡ ਦੀ ਸ਼ਾਹੀ, ਉਹਨੂੰ ਚਾਂਦੀ ਦੇ ਭਾਂਡੇ ਦੇ ਵਿੱਚ ਪਾ ਕੇ ਰੱਖਣਾ ਪੈਂਦਾ। ਚਾਂਦੀ ਦੀ ਐਡੀ ਕੁ ਡੱਬੀ ਸ਼ਾਹੀ ਉਹਦੇ ਵਿੱਚ ਪਾ ਕੇ ਰੱਖਣਾ ਪੈਂਦਾ ਇਹਨੂੰ। ਉਹ ਲੱਗਦੀ ਕਿਵੇਂ ਆ ਸਾਈਡ ਤੇ? ਉਹ ਲਿਕੁਇਡ ਬਣ ਜਾਂਦਾ ਜੀ, ਉਹਦਾ ਲਿਕੁਇਡ ਬਣ ਕੇ ਉਹ ਲਿਕੁਇਡ ਬਣ ਜਾਂਦਾ ਉਹਦਾ, ਬਿਲਕੁਲ ਮਤਲਬ ਕਿ ਉਹ ਸ਼ਾਹੀ ਬਣ ਜਾਂਦੀ। ਉਹਦੇ ਵਿੱਚ ਕੁਛ ਚੀਜ਼ਾਂ ਹੋਰ ਵੀ ਪੈਂਦੀਆਂ ਨੇ ਗੋਲ ਦੇ ਵਿੱਚ, ਜਿਵੇਂ ਕਿ ਬਬੂਲ ਦੀ ਗੂੰਦ ਹੋ ਗਈ, ਹੋਰ ਚੀਜ਼ਾਂ ਕਾਫੀ। ਭਾਂਡਾ ਇੱਕ ਸਪੈਸ਼ਲ ਲੱਗਦਾ, ਉਸ ਭਾਂਡੇ ਦੇ ਵਿੱਚ ਉਹਨੂੰ ਰਗੜਾਈ ਕਰਕੇ ਉਹਨੂੰ ਗੋਲਡ ਕਰਕੇ, ਉਹਨੂੰ ਫਿਰ ਨਤਾਰ ਕੇ, ਫਿਰ 3-4 ਦਿਨਾਂ ਬਾਅਦ, 5 ਦਿਨਾਂ ਦਾ ਪ੍ਰੋਸੈਸ ਹੁੰਦਾ ਸ਼ਾਹੀ ਬਣਾਉਣ ਦਾ। ਉਹ ਫਿਰ ਉਹ ਬਣ ਕੇ ਕੱਚ ਚਾਂਦੀ ਦੇ ਭਾਂਡੇ ਵਿੱਚ ਪਾ ਕੇ ਫਿਰ ਉਹਦੀ ਵਰਤੋਂ ਕਰਦੇ ਆਪਾਂ। ਉਹ ਤਾਂ ਕਰਕੇ ਉਹ ਰੋਕੀ ਤਾਂ ਕਰਕੇ ਪਈ ਆ ਵੀ ਕਿਉਂਕਿ ਹੁਣ ਸੋਨਾ ਜਿਹੜੀ ਦਿੱਕਤ ਆ ਰਹੀ ਹੈ ਵੀ ਸੋਨਾ ਨਹੀਂ ਹੈ ਸੇਵਾ ਦੇ ਵਾਸਤੇ। ਜਦੋਂ ਸੇਵਾ ਦੇ ਵਿੱਚ ਹੋਊਗੀ ਕਿਰਪਾ, ਉਦੋਂ ਆਪਾਂ ਸੋਨਾ 24 ਕੈਰਟ ਦਾ ਹੀ ਲੱਗਦਾ? ਬਿਲਕੁਲ, ਆਪਾਂ ਪਿਓਰ ਲਾਵਾਂਗੇ। ਗੁਰੂਪੁਰਾ ਤੇ ਗੁਰੂਪੁਰੇ ਵਾਸਤੇ ਆਪਾਂ ਪੂਰਾ ਹੀ ਲਾਵਾਂਗੇ। ਪਰ ਇਹ ਮਾਇਨੇ ਨਹੀਂ ਰੱਖਦੇ, ਸੋਨੇ ਚਾਂਦੀ ਮਹਾਰਾਜ ਵਾਸਤੇ ਮਾਇਨੇ ਨਹੀਂ ਰੱਖਦੇ। ਇਹ ਆਪਣੀ ਸਿੱਖ ਦੀ ਸ਼ਰਧਾ ਹੈ, ਇੱਕ ਪੇਪਰ ਨੂੰ ਲੰਮੇ ਸਮੇਂ ਰੱਖਣ ਵਾਸਤੇ ਜੀ। ਮੈਂ ਚਾਹੂੰਗਾ ਜਿਹੜਾ ਤੁਸੀਂ ਕਿਹਾ ਸੀ ਕਿ ਗੁਰੂ ਨਾਨਕਪੁਰਾ ਅਸੀਂ ਵਸਾਇਆ ਹੋਇਆ, ਉਹ ਵੀ ਤੁਸੀਂ ਜ਼ਰੂਰ ਸਿਖਾਓ ਸਾਨੂੰ। ਜੀ ਉਹ ਆਪਣੇ ਜਿਹੜੇ ਬਜ਼ੁਰਗ ਨੇ ਜਾਂ ਕੋਈ ਅਨਾਥ ਬੱਚੇ ਨੇ, ਉਹ ਆਪਣੇ ਇੱਧਰ ਬੈਠੇ ਨੇ, ਆਪ ਜੀ ਵੇਖ ਸਕਦੇ ਹੋ। ਉਹ ਆ ਬੱਚੇ ਖੇਡਦੇ ਪਏ ਨੇ। ਇਹ ਮਤਲਬ ਇਹਨਾਂ ਦੇ ਮਾਂ ਪਿਓ ਨਹੀਂ ਸਨ, ਅਤੇ ਅਸੀਂ ਇੱਥੇ ਇਹ ਮੇਰੇ ਮਾਤਾ ਜੀ ਨੇ,
ਪ੍ਰਸ਼ਾਦਾ ਪਾਣੀ ਜਿਹੜਾ ਵੀ ਕੁਝ ਬਣਾਉਣਾ ਹੈ ਸਾਰਾ ਕੁਝ ਇਹ ਮੇਰੇ ਮਾਤਾ ਜੀ ਇੱਥੇ ਸੇਵਾ ਕਰਦੇ ਨੇ। ਨਾਲ ਅਸੀਂ ਜਿਹੜਾ ਉਹਨਾਂ ਨੂੰ ਨਵਾਉਣਾ ਧਵਾਉਣਾ ਕੱਪੜੇ ਲੀੜੇ ਧੋਣੇ ਉਹ ਸਾਰਾ ਕੁਝ ਅਸੀਂ ਇਹ ਬੱਚਾ ਕਿੱਥੋਂ ਇਹ ਜੀਵਨ ਸਿੰਘ ਵਾਲੇ ਤੋਂ ਬੱਚੇ ਜੀ। ਇਹ ਉਹ ਗੁੜੀਆ ਹੈ, ਇਹ ਬੱਚਾ ਹੈਗਾ ਜੀ। ਇਹ ਕਿੱਥੋਂ ਮਿਲੇ ਸੀ ਤੁਹਾਨੂੰ? ਇਹ ਮਤਲਬ ਇਹਨਾਂ ਦੇ ਮਤਲਬ ਮਾਤਾ ਪਿਤਾ ਨਹੀਂ ਸੀ ਇਹਨਾਂ ਦੇ, ਬਾਗੇ ਪੁਰਾਣੇ ਤੋਂ ਅਸੀਂ ਇਹਨਾਂ ਨੂੰ ਲੈ ਕੇ ਆਏ ਜੀ। ਕਿੰਨਾ ਕੋਲੋਂ? ਇਹਨਾਂ ਦੇ ਨਾਨਾ ਨਾਨੀ ਸੀ ਬਹੁਤ ਜ਼ਿਆਦਾ ਬਿਰਧ, ਉਹ ਆਪਣੇ ਆਪ ਨੂੰ ਸਾਂਭ ਨਹੀਂ ਸੀ ਸਕਦੇ। ਫਿਰ ਇਹਨਾਂ ਦੇ ਬੱਚਿਆਂ ਦੇ ਵੀ ਮਤਲਬ ਬਿਲਕੁਲ ਨਹੀਂ ਸੀ ਸੰਭਾਈ ਹੋ ਰਹੀ, ਵਿੱਦਿਆ ਦਾ ਘਾਣ ਹੋ ਰਿਹਾ ਸੀ, ਵਿੱਦਿਆ ਨਹੀਂ ਸੀ। ਫਿਰ ਹੁਣ ਆਪਣੇ ਕੋਲੇ ਇੱਥੇ ਕਨਵੈਂਟ ਸਕੂਲ ਦੇ ਵਿੱਚ ਪੜ੍ਹਦੇ ਨੇ, ਵਧੀਆ ਇਹਨਾਂ ਨੂੰ ਵਿੱਦਿਆ ਮਿਲ ਰਹੀ ਹੈ। ਤੇ ਅੱਗੇ ਅੱਗੇ ਚਲੋ ਸਾਰਾ ਕੁਝ ਮਾਰੀ ਕਿਰਪਾ ਕਰਨਗੇ, ਇਹਨਾਂ ਦਾ ਜੀਵਨ ਬਣ ਜਾਊਗਾ। ਤੇ ਹੋਰ ਵੀ ਬੱਚੇ ਕਈ ਵਾਰ ਛੋਟੇ ਬੱਚੇ ਮਿਲ ਜਾਂਦੇ ਨੇ, ਜਿਵੇਂ ਛੋਟੀਆਂ ਬੱਚੀਆਂ ਸਿੱਟ ਜਾਂਦੇ ਨੇ, ਉਹ ਫਿਰ ਕਈ ਵਾਰ ਅਡੋਪਸ਼ਨ ਵਗੈਰਾ ਆ ਜਾਂਦੀ ਹੈ, ਅਡੋਪਟ ਕਰ ਲੈਂਦੇ ਆ। ਤੁਸੀਂ ਸਰੂਪ ਲਿਖਦੇ ਹੋ ਗੁਰੂ ਸਾਹਿਬ ਦਾ, ਤੇ ਵਿਦਿਆਰਥੀ ਵੀ ਆਉਂਦੇ ਆ, ਸਿਖਾਉਂਦੇ ਵੀ ਹੋ ਕਿਸੇ ਨੂੰ? ਹਾਂਜੀ ਹਾਂਜੀ, ਸਿੱਖਣ ਵਾਲੇ ਵਿਦਿਆਰਥੀ ਜਿਵੇਂ ਹੁਣ 2 ਬੱਚੇ ਤਾਂ ਅਮਰੀਕਾ ਤੋਂ ਨੇ ਤੇ ਇੱਕ ਗੰਗਾਨਗਰ ਤੋਂ, ਪਟਿਆਲੇ ਤੋਂ 6-7 ਵਿਦਿਆਰਥੀ ਨੇ। ਆਨਲਾਈਨ ਸਿਖਾਉਂਦੇ ਹੋ ਜਾਂ ਫਿਰ? ਹਾਂਜੀ, ਉਹ ਕੋਲੇ ਆ ਜਾਂਦੇ ਨੇ। ਜਿਵੇਂ ਕਈ ਵਾਰ ਜੇ ਕੋਈ ਬਾਹਲੀ ਦਿੱਕਤ ਆ ਜਾਵੇ ਫਿਰ ਤਾਂ ਮਤਲਬ ਉਹ ਕੋਲੇ ਆ ਕੇ ਅੱਖਰਕਾਰੀ ਸਿੱਖ ਜਾਂਦੇ ਨੇ, ਸ਼ਾਹੀ ਦੀ ਵਿਧੀ ਸਿੱਖ ਜਾਂਦੇ ਨੇ। ਤੇ ਨਹੀਂ ਫਿਰ ਤਕਰੀਬਨ ਫੋਨ ਤੇ ਵੀ ਪੁੱਛ ਲੈਂਦੇ ਨੇ ਵੀ ਕਿਵੇਂ ਕਿ ਪਰ ਇੱਕ ਵਾਰੀ ਤਾਂ ਕੋਲੇ ਤਾਂ ਆਉਣਾ ਹੀ ਪੈਂਦਾ, ਕਿਉਂਕਿ ਕੋਲੇ ਬੈਠ ਕੇ ਜੋ ਚੀਜ਼ ਸਮਝ ਲੱਗਣੀ ਹੈ ਉਹ ਫੋਨ ਤੇ ਜਾਂ ਆਪਾਂ ਆਨਲਾਈਨ ਨਹੀਂ ਪਤਾ ਲੱਗਦਾ ਉਹਨਾਂ ਚੀਜ਼ਾਂ ਦਾ, ਉਹ ਵੱਖਰੀ ਗੱਲ ਹੈ। ਫੀਸ ਰੱਖੀ ਹੋਈ ਹੈ ਤੁਸੀਂ ਜਾਂ ਕਿਵੇਂ? ਨਹੀਂ ਨਹੀਂ ਭਾਈ ਸਾਹਿਬ, ਫੀਸ ਤਾਂ ਸਾਨੂੰ 11 ਸਾਲ ਤਾਂ ਮੈਨੂੰ ਕੀਰਤਨ ਕਰਦੇ ਨੂੰ ਹੋ ਗਏ ਭਾਈ ਸਾਹਿਬ। 11 ਸਾਲਾਂ ਦੇ ਵਿੱਚ ਇੱਕ ਦਿਨ ਵੀ ਇਹੋ ਜਿਹਾ ਨਹੀਂ ਜਿੱਦਣ ਅਸੀਂ ਭੇਟਾ ਲਈ ਹੋਵੇ ਕੀਰਤਨ ਦੀ ਵੀ ਭੇਟਾ ਨਹੀਂ ਲੈਂਦੇ, ਕਿਉਂਕਿ ਨਾ ਤਾਂ ਅਸੀਂ ਬਾਣੀ ਦਾ ਮੁੱਲ ਲੈ ਸਕਦੇ ਹਾਂ ਤੇ ਨਾ ਕੋਈ ਦੇ ਸਕਦਾ ਹੈ ਨਾ। ਉਹ ਵੱਖਰੀ ਗੱਲ ਹੈ, ਚਲੋ ਜਿਹੜੀ ਸੰਗਤ ਨੇ ਲੋੜ ਪੂਰੀ ਕਰਨੀ ਆ ਉਹ ਵੱਖਰੀ ਹੈ। ਵੀ ਜਿਹੜੇ ਰਾਗੀ ਸਿੰਘ ਨੇ, ਮੈਂ ਉਹਨਾਂ ਦੇ ਐਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਨਾ ਦਿਓ, ਦੇਣਾ ਚਾਹੀਦਾ, ਕਿਉਂਕਿ ਸਤਿਕਾਰ ਹੈ। ਬਾਬੇ ਸੱਤੇ ਤੇ ਬਲਵੰਡ ਦੇ ਸਥਾਨ ਦੇ ਉੱਤੇ ਬੈਠੇ ਨੇ, ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਨਾ ਬਣਦਾ। ਬਾਬਾ ਬੁੱਢਾ ਜੀ ਦੇ ਸਥਾਨ ਤੇ ਹੈ ਉਹ। ਚਲੋ ਸਾਡੇ ਸਿੱਖ ਕੌਮ ਦਾ ਦੁਖਾਂਤ ਹੈ ਵੀ ਅਸੀਂ ਹੋਰ ਚੀਜ਼ਾਂ ਦੇ ਉੱਤੇ ਪੈਸਾ ਖਰਚਣ ਨੂੰ ਬਹੁਤ ਜ਼ਿਆਦਾ ਸਮਝਦੇ ਹਾਂ ਤੇ ਕਮੀਆਂ ਸਾਨੂੰ ਸਾਰਿਆਂ ਨੂੰ ਦਿਸਦੀਆਂ ਨੇ, ਪਰ ਆਪ ਅਸੀਂ ਆਪਣੇ ਆਲੇ ਦੁਆਲੇ ਦੀ ਆਪ ਮਦਦ ਨਹੀਂ ਕਰ ਸਕਦੇ। ਇੱਥੇ ਕਿੰਨੇ ਬਜ਼ੁਰਗ ਨੇ ਤੁਹਾਡੇ ਕੋਲੇ? ਹੋਰ ਸਾਡੇ ਕੋਲੇ ਕੁਝ 10-12 ਬਜ਼ੁਰਗ ਨੇ, ਕੁਝ ਬੱਚੇ ਨੇ, ਫਿਰ ਜਿਹੜੇ ਪ੍ਰੀ ਮੈਚੁਰ ਨੇ ਉਹ ਵੀ ਨੇ, ਬਜ਼ੁਰਗ ਜਿਹੜੇ ਉਮਰ ਤੋਂ ਜਿਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਜਾਂ ਹੋਰ ਵੀ ਨੇ ਉਹ ਵੀ ਹੈ। ਤੇ ਅੰਦਰ ਤੁਸੀਂ ਵੇਖ ਸਕਦੇ ਹੋ, ਅੰਦਰ ਸਾਰੇ ਇਸ ਹਾਲ ਦੇ ਵਿੱਚ ਸਾਰੇ ਮਤਲਬ ਬਜ਼ੁਰਗ ਬੈਠੇ ਨੇ। ਤੇ ਅਸੀਂ ਹੋਰ ਵੀ ਕੁਝ ਤਾਂ ਇੱਧਰ ਬਜ਼ੁਰਗ ਵੀ। ਸਤਿ ਸ਼੍ਰੀ ਅਕਾਲ ਮਾਤਾ, ਠੀਕ ਠਾਕ ਹੋ ਜੀ? हाँ ठीक है ਜੀ। ठीक है ਸਿਹਤ ਠੀਕ ਰਹਿੰਦੀ ਹੈ? हाँ ठीक ही रहनी है। ਇਹ ਮਾਤਾ ਜੀ ਕਿੱਥੋਂ ਨੇ? ਇਹ ਮਲੋੜ ਤੋਂ ਨੇ ਜੀ। ਵੈਸੇ ਤਾਂ ਇੱਥੇ ਭਗਤੀ ਰਹਿੰਦੇ ਹੁੰਦੇ ਸੀ, ਫਿਰ ਇਹਨਾਂ ਤਾਂ ਪਰ ਅੱਗੇ ਪਿੱਛੇ ਨਾ ਹੋਣ ਕਰਕੇ ਫਿਰ ਬਿਰਧ ਜ਼ਿਆਦਾ, ਪਹਿਲਾਂ ਤਾਂ ਆਪਦਾ ਆਪਾਂ ਸੰਭਾਲਦੇ ਸੀ ਤੇ ਲੰਗਰ ਵੀ ਅਸੀਂ ਕਾਫੀ ਟਾਈਮ ਤੱਕ ਦਿੰਦੇ ਰਹੇ। ਫਿਰ ਹੁਣ ਤਾਂ ਅਸੀਂ ਫਿਰ ਇੱਥੇ ਹੀ ਲਿਆਂਦਾ ਵੀ ਇਹਨਾਂ ਨੂੰ ਦੇਖਭਾਲ ਵੀ ਇਹਨਾਂ ਦੀ ਜ਼ਰੂਰੀ ਹੈ। ਤੇ ਇੱਧਰ ਇਹ ਵੀਰ ਜਿਹੜੇ ਪਏ ਹੋਏ ਨੇ, ਇਹ ਸਾਡਾ ਜੀ ਗਗਨਦੀਪ ਸਿੰਘ ਆ ਜੀ। ਗਗਨਾ ਜੀ। ਠੀਕ ਹੋ ਜੀ? ਇਹ ਕਿੱਥੋਂ ਨੇ ਜੀ ਵੀਰ? ਇਹ ਇੱਥੇ ਲਾਗੇ ਪਿੰਡ ਤੋਂ ਹੀ ਆ। ਕੀ ਹੋ ਗਿਆ ਐ ਨਹੀਂ ਕਰਨਾ। ਬਾਈ ਆ ਬਾਈ, ਸਤਿ ਸ੍ਰੀ ਅਕਾਲ ਕਰ, ਦੋਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਕਰ ਹੱਥ ਜੋੜ ਕੇ। ਹਾਂ ਸਤਿ ਸ੍ਰੀ ਅਕਾਲ। ਇੱਧਰ ਬਜ਼ੁਰਗ ਨੇ ਜੀ। ਸਤਿ ਸ਼੍ਰੀ ਅਕਾਲ ਬਜ਼ੁਰਗੋ, ਠੀਕ ਹੋ ਜੀ? ठीक है महाराज जी, बहुत ठीक ਜੀ है। ਲੱਗਿਆ ਬਾਪੂ? पूरा पूरा हाँ फुल। ਇਹ ਬਜ਼ੁਰਗ ਜੀ ਕਿਹੜੀ ਜਗ੍ਹਾ ਤੋਂ ਨੇ? ਇਹ ਯੂਪੀ ਤੋਂ ਆ ਜੀ, ਸ਼ਾਇਦ ਯੂਪੀ ਤੋਂ ਨੇ। ਇੱਥੇ ਕਿਸੇ ਦੇ ਘਰੇ ਕੰਮ ਕਰਦੇ ਹੁੰਦੇ ਸੀਗੇ, ਤਾਂ ਕਰਕੇ ਫਿਰ ਇੱਥੇ ਹੁਣ ਫਿਰ ਜਦੋਂ ਕਹਿੰਦੇ ਹੁੰਦੇ ਵੀ ਲੋੜ ਕਿਸੇ ਚੀਜ਼ ਦੀ ਖਤਮ ਹੋ ਜਾਵੇ ਤਾਂ ਫਿਰ ਉਹ ਸਾਡੇ ਲਈ ਵਿਅਰਥ ਹੋ ਜਾਂਦੀ ਹੈ। ਪਰ ਉਹ ਲੋੜ ਖਤਮ ਹੋ ਗਈ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਉਹਨੇ ਤੁਰ ਫਿਰ ਨਹੀਂ ਸੀ ਸਕਦੇ ਤੇ ਤਾਂ ਕਰਕੇ ਫਿਰ ਉਹਨਾਂ ਦੀ ਜਦੋਂ ਤੱਕ ਉਹਨਾਂ ਦਾ ਸਾਂਭ ਸੰਭਾਲ ਕਰਦੇ ਸੀ ਉਹਨਾਂ ਦੇ ਪਸ਼ੂਆਂ ਦੀ ਜਾਂ ਉੱਦਾਂ, ਉਦੋਂ ਤਾਈਂ ਤਾਂ ਲੋੜ ਸੀ। ਹੁਣ ਫਿਰ ਖਤਮ ਹੋ ਗਈ ਲੋੜ। ਇਸ ਤਰ੍ਹਾਂ ਹੁੰਦਾ ਹੈ ਸਾਡੇ ਸਮਾਜ ਦੀ ਅਕਸਰ ਹੈ ਨਾ। ਅਸੀਂ ਤਾਂ ਆਪਣੇ ਸਕੇ ਮਾਂ ਪਿਓ ਨੂੰ ਛੱਡ ਦਿੰਦੇ ਹਾਂ, ਇਹ ਤਾਂ ਫਿਰ ਦੂਸਰੇ ਸੀ, ਬਗਾਨੇ ਸੀ। ਤੇ ਇੱਕ ਪਾਸੇ ਤੁਸੀਂ ਸਰੂਪ ਲਿਖਦੇ ਹੋ, ਸੇਵਾ ਕਰਦੇ ਹੋ ਗੁਰੂ ਸਾਹਿਬ ਦੀ, ਦੂਜੇ ਪਾਸੇ ਇਹ ਵੀ ਨਾਲ ਸੇਵਾਵਾਂ ਨਿਭਾ ਰਹੇ ਹੋ ਜੀ। ਇਹ ਦੇਖੋ ਦੋਨੇ ਕਾਰਜ ਗੁਰੂ ਦੀ ਵਡਿਆਈ ਨਾਲ ਹੀ ਹੁੰਦੇ ਨੇ। ਤੇ ਸਾਡਾ ਮੇਨ ਮਕਸਦ ਇਹੀ ਹੈ ਵੀ ਸਮਾਜ ਨੂੰ ਇੱਕ ਸਿੱਧਾ ਰਸਤਾ ਦਿੱਤਾ ਜਾਵੇ ਵੀ ਸਿੱਖ ਧਰਮ ਨੂੰ, ਜਾਂ ਸਿੱਖ ਧਰਮ ਤਾਂ ਚਲੋ ਕਹਿਣਾ ਵੱਖਰੀ ਗੱਲ ਹੈ, ਇਹ ਪਤਾ ਲੱਗੇ ਸਮਾਜ ਨੂੰ ਵੀ ਸਾਨੂੰ ਕਿਸੇ ਨੂੰ ਕਹਿਣਾ ਨਾ ਪਵੇ ਵੀ ਤੁਸੀਂ ਸਿੱਖ ਬਣੋ, ਸਿੱਖ ਸਜੋ। ਉਹ ਸਾਡੇ ਕਿਰਦਾਰ ਦੇਖ ਕੇ ਹੀ ਆਪਣਾ ਆਪਾ ਬਦਲਦੇ ਆ। ਕਿਰਦਾਰ ਨਾਲ ਦੇਖੋ, ਵਿਚਾਰ ਨਾਲ ਕੋਈ ਨਹੀਂ ਬਦਲਦਾ।
ਵਿਚਾਰ ਤਾਂ ਹੁਣ ਦੇਖੋ ਕਿੰਨੇ ਸਾਵਾਂ ਤੋਂ ਕਿੰਨੇ ਕਥਾਵਾਚਕ ਨੇ ਸਾਡੇ, ਬਹੁਤ ਸਾਰੇ ਗ੍ਰੰਥੀ ਸਾਹਿਬਾਨ ਗੁਰੂ ਘਰਾਂ ਦੇ ਵਿੱਚ ਕਰਦੇ ਨੇ। ਵਿਚਾਰ ਨਾਲ ਕੋਈ ਨਹੀਂ ਬਦਲਦਾ, ਕਿਰਦਾਰ ਨਾਲ ਬਦਲਦਾ। ਇਸ ਕਰਕੇ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੇ ਵੀ ਸਾਡੇ ਸਿੰਘ ਆ ਵੀ ਅਸੀਂ ਕਿਰਦਾਰ ਇਹੋ ਜਿਹਾ ਬਣਾ ਕੇ ਜਾਈਏ ਵੀ ਸਾਨੂੰ ਵੇਖ ਕੇ ਕੋਈ ਨੌਜਵਾਨ ਪੀੜ੍ਹੀ ਹੋਰ ਬਦਲੇ, ਹੌਲੀ ਹੌਲੀ ਕਰਕੇ ਬਦਲਦੇ ਰਹਿਣ, ਇੱਕ ਚੰਗਾ ਇਨਸਾਨ ਬਣ ਸਕੇ, ਗੁਰਸਿੱਖੀ ਨਾਲ ਜੁੜ ਸਕਣ, ਜਿਵੇਂ ਗੁਰੂ ਸਾਹਿਬ ਦੇ ਉੱਤੇ ਹੋਰ ਸ਼ਰਧਾ ਵੱਧ ਸਕੇ ਲੋਕਾਂ ਦੀ, ਤਾਂ ਕਰਕੇ ਕੋਸ਼ਿਸ਼ ਕਰ ਰਹੇ ਹਾਂ। ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ ਤੁਹਾਨੂੰ? ਦੇਖੋ ਜੀ, ਇਹੀ ਕਹਿਣਾ ਚਾਹੂੰਗਾ ਮੈਂ, ਸਾਨੂੰ ਇਸ ਵੇਲੇ ਨਾ, ਪਹਿਲਾਂ ਮੈਂ ਕਦੇ ਨਹੀਂ ਗਿਆ, ਹੁਣ ਸਾਨੂੰ ਮਤਲਬ ਮਦਦ ਦੀ ਲੋੜ ਹੈ ਬਹੁਤ ਜ਼ਿਆਦਾ, ਕਿਉਂਕਿ ਇਹਦੀ ਉਸਾਰੀ ਵੀ ਕਰਨੀ ਹੈ ਅਸੀਂ, ਬੇਸਹਾਰੇ ਹੋਰ ਵੀ ਕਿੰਨੇ ਪ੍ਰਾਣੀ ਨੇ, ਸਾਨੂੰ ਮਦਦ ਦੀ ਲੋੜ ਹੈ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਸੋਨਾ ਜਿਹੜਾ ਲੱਗਦਾ ਹੈ, ਉਹਦੇ ਲਈ ਵੀ ਮਦਦ ਦੀ ਲੋੜ ਹੈ, ਕਿਉਂਕਿ ਮੈਂ ਕੰਮਕਾਰ ਬਿਲਕੁਲ ਆਪਦਾ ਛੱਡ ਚੁੱਕਿਆ, ਮੈਂ ਕੋਈ ਕੰਮ ਕਰ ਹੀ ਨਹੀਂ ਸਕਦਾ। ਕਿਉਂਕਿ ਜੇ ਪਹਿਲਾਂ ਤੁਸੀਂ ਕੀ ਕਰਦੇ ਸੀ? ਪਹਿਲਾਂ ਮੈਂ ਜੌਬ ਕਰਦਾ ਸੀਗਾ, ਟੀਚਰ ਸੀ। ਹੁਣ ਕੀਰਤਨ ਚਲੋ ਕਦੇ ਨਾ ਕਦੇ ਕੋਈ ਨਾ ਕੋਈ ਆ ਜਾਂਦਾ ਹੈ, ਉਹ ਵੀ ਸੰਗਤ ਚਲੋ ਕਦੇ ਕਿਰਪਾ ਕਰ ਦੇਵੇ ਤਾਂ ਹੋ ਜਾਂਦਾ ਹੈ, ਮਾੜਾ ਮੋਟਾ ਕੋਈ ਖਰਚਾ ਘਰ ਦਾ ਚੱਲਦਾ ਰਹਿੰਦਾ ਹੈ। ਪਰ ਲੋੜ ਇੱਥੇ ਜਿਹੜੀ ਹੈ ਉਹ ਵੱਧ ਹੈ, ਉਹ ਵੱਧ ਇਹੀ ਹੈ ਵੀ ਹੁਣ ਕੰਮਕਾਰ ਵੀ ਸਾਰਾ ਛੁੱਟਿਆ ਹੋਇਆ, ਜੇ ਤਾਂ ਕੰਮਕਾਰ ਚੱਲਦਾ ਹੋਵੇ ਤਾਂ ਵੱਖਰੀ ਗੱਲ ਹੈ। ਅਤੇ ਇਸ ਕਰਕੇ ਮੇਰੀ ਬੇਨਤੀ ਸੰਗਤ ਦੇ ਅੱਗੇ ਬੇਨਤੀ ਹੈ ਵੀ ਕਿਰਪਾ ਕਰਕੇ ਸਾਡਾ ਇੰਨਾ ਕੁ ਸਹਿਯੋਗ ਦਿਓ ਵੀ ਅਸੀਂ ਇਹ ਸੰਸਥਾ ਨੂੰ ਕਾਇਮ ਕਰ ਸਕੀਏ, ਇੱਥੇ ਬੇਸਹਾਰੇ ਲੋੜਵੰਦਾਂ ਦੀ ਮਦਦ ਕਰ ਸਕੀਏ, ਅਤੇ ਨਾਲੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਸੇਵਾ ਅਸੀਂ ਜਿੰਨੀ ਛੇਤੀ ਹੋ ਕੇ ਸੰਪੰਨ ਕਰ ਸਕੀਏ, ਕਿਉਂਕਿ ਵੱਡਾ ਡਿੱਕਾ ਇਹੀ ਹੁੰਦਾ ਵੀ ਦਿੱਕਤ ਭੇਟਾ ਨਾ ਹੋਣ ਕਰਕੇ ਉਹ ਮਹਾਰਾਜ ਸਾਹਿਬ ਦੀ ਸੇਵਾ ਨੂੰ ਸਾਨੂੰ ਸਮਾਂ ਲੱਗ ਜਾਂਦਾ ਹੈ ਜੀ। ਜੌਬ ਤੁਸੀਂ ਕਿੱਥੇ ਕਰਦੇ ਸੀ ਪਹਿਲਾਂ, ਜੇ ਮੈਂ ਪੁੱਛਾਂ? ਕਲਿਆਣ ਮਲਕਾ ਗਾਰਡਨ ਪਬਲਿਕ ਸਕੂਲ ਦੇ ਵਿੱਚ ਮੈਂ ਜੌਬ ਕਰਦਾ ਸੀ। ਪਹਿਲੀ ਇੰਟਰਵਿਊ ਮੇਰੀ ਉੱਥੇ ਹੋਈ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਵੀ ਉੱਥੇ ਆਰੰਭ ਕੀਤੀ ਸੀ। ਉਸ ਤੋਂ ਬਾਅਦ ਫਿਰ ਮੈਂ ਘਰ ਲਿਆਇਆ ਸੀ, ਕਿਉਂਕਿ ਟੀਚਰ ਸੀ ਤੁਸੀਂ? ਹਾਂਜੀ ਹਾਂਜੀ, ਟੀਚਰ ਸੀ ਮੈਂ। ਉਸ ਤੋਂ ਬਾਅਦ ਕਿਹੜੇ ਸਬਜੈਕਟ ਤੇ? ਮੈਂ ਗੁਰਮਤਿ ਸੰਗੀਤ ਦਾ ਜੀ, ਗੁਰਮਤਿ ਸੰਗੀਤ ਦਾ ਟੀਚਰ ਸੀ ਜੀ। ਅਤੇ ਫਿਰ ਸਕੂਲ ਦੇ ਵਿੱਚ ਛੁੱਟੀਆਂ, ਲੋਕਡਾਊਨ ਬੰਦ ਹੋ ਗਿਆ ਸੀ, ਸਕੂਲ ਬੰਦ ਹੋ, ਫਿਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਘਰੇ ਲਿਆਂਦਾ ਸੀ, ਉੱਥੇ ਸੇਵਾ ਸ਼ੁਰੂ ਕਰ ਲਈ ਸੀ ਕਰਨੀ ਸੀ ਜੀ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਜੁੜੇ ਤੁਸੀਂ ਸਾਡੇ ਨਾਲ, ਸਮਾਂ ਦਿੱਤਾ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਸੀਗੇ ਭਾਈ ਮਨਕੀਰਤ ਸਿੰਘ ਜੀ। ਇੱਕ ਪਾਸੇ ਗੁਰੂ ਸਾਹਿਬ ਨੂੰ ਹੱਥੀਂ ਲਿਖਣ ਦੀ ਸੇਵਾ ਕਰ ਰਹੇ ਆ, ਦੂਸਰੇ ਪਾਸੇ ਗੁਰੂ ਨਾਨਕਪੁਰਾ ਜਿਹੜਾ ਇਹਨਾਂ ਨੇ ਵਸਾਇਆ ਹੋਇਆ, ਇੱਥੇ ਬੇਸਹਾਰੇ ਲੋਕਾਂ ਦੀ ਸੇਵਾ ਵੀ ਕਰ ਰਹੇ ਆ, ਅਤੇ ਨਾਲ ਹੀ ਨਾਲ ਜਿਹੜਾ ਆ ਉਹਨਾਂ ਦੀ ਸੰਭਾਲ ਕਰ ਰਹੇ ਆ, ਅਤੇ ਕਹਿ ਰਹੇ ਨੇ ਕਿ ਗੁਰੂ ਸਾਹਿਬ ਆਪ ਸੇਵਾਵਾਂ ਲੈਣ ਵਾਲੇ ਨੇ, ਇਸ ਕਰਕੇ ਜਿਹੜਾ ਆ ਵਿਧੀ ਬਣੀ ਹੈ, ਇਸੇ ਕਰਕੇ ਜਿਹੜਾ ਮੈਂ ਇੱਧਰ ਨੂੰ ਲੱਗਿਆਂਗਾ। ਜਿਵੇਂ ਇਹਨਾਂ ਨੇ ਕਿਹਾ ਹੈ ਕਿ ਕੋਲੇ ਤੋਂ ਹੀਰਾ ਬਣਦਾ, ਉਵੇਂ ਹੀ ਗੁਰੂ ਸਾਹਿਬ ਨੇ ਮੇਰਾ ਜੀਵਨ ਜਿਹੜਾ ਉੱਚਾ ਚੁੱਕਿਆ, ਅਜਿਹਾ ਆਖ ਰਹੇ ਨੇ। ਕੈਮਰਾਮੈਨ ਕ੍ਰਿਸ਼ਨਾ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਬਠਿੰਡਾ।